ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗਗਨਦੀਪ ਪ੍ਰੋਗਰਾਮ ਟੌਪ 8 ਐਟ 8 ਵਿੱਚ ਸਵਾਗਤ ਕਰਦਾ ਹਾਂ। ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਆਪਾਂ ਪਿਛਲੇ ਹਫਤੇ ਹੋਈਆਂ ਮਹੱਤਵਪੂਰਨ ਘਟਨਾਵਾਂ ਤੇ ਚਰਚਾ ਕਰਦੇ ਹਾਂ ਤੇ ਦੇਖਦੇ ਹਾਂ ਕਿ ਵਿਸ਼ਵ ਭਰ ਦੇ ਵਿੱਚ ਕੈਨੇਡਾ ਦੇ ਵਿੱਚ ਕੀ ਕੁਝ ਵਾਪਰਿਆ। ਸੋ ਅੱਜ ਦੀ ਜਿਹੜੀ ਪ੍ਰੋਗਰਾਮ ਦੀ ਸ਼ੁਰੂਆਤ ਹੈ ਆਪਾਂ ਅਮਰੀਕਾ ਦੀ ਖਬਰ ਤੋਂ ਕਰਦੇ ਹਾਂ। ਇਸ ਤਰ੍ਹਾਂ ਆਪਾਂ ਦੇਖਿਆ ਕਿ ਪਿਛਲੇ ਦਿਨੀ ਅਮਰੀਕਾ ਦੇ ਵਿੱਚ ਰਾਜਨੀਤਿਕ ਤੌਰ ਤੇ ਬਹੁਤ ਕੁਝ ਵਾਪਰਿਆ। ਖਾਸ ਤੌਰ ਤੇ ਜਦੋਂ ਆਪਾਂ ਡੋਨਲਡ ਟਰੰਪ ਹੁਣਾਂ ਦੇ ਨਾਲ ਸੰਬੰਧਿਤ ਗੱਲ ਕਰਦੇ ਹਾਂ ਕਿ ਡੋਨਲਡ ਟਰੰਪ ਜੋ ਕਿ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਤੋਂ ਹਟ ਰਹੇ ਨੇ, 20 ਜਨਵਰੀ ਨੂੰ ਜੋ ਬਾਈਡਨ ਅਹੁਦਾ ਸੰਭਾਲ ਰਹੇ ਨੇ ਔਰ ਜਿਸ ਤਰ੍ਹਾਂ ਕੈਪੀਟਲ ਹਿੱਲ ਦੇ ਵਿੱਚ ਡੋਨਲਡ ਟਰੰਪ ਦੇ ਸਮਰਥਕਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਉਸ ਦਿਨ ਦੀ ਕਾਰਵਾਈ, ਕਾਂਗਰਸ ਦੀ ਕਾਰਵਾਈ ਰੋਕਣ ਦੀ ਕੋਸ਼ਿਸ਼ ਕੀਤੀ, ਉਸ ਦਾ ਜਿਹੜਾ ਪ੍ਰਭਾਵ ਹੈ ਹਜੇ ਵੀ ਅਮਰੀਕਾ ਦੇ ਰਾਜਨੀਤਿਕ ਸਰਕਲ ਦੇ ਵਿੱਚ ਦਿਸ ਰਿਹਾ ਹੈ, ਦਿਖਾਈ ਦੇ ਰਿਹਾ ਹੈ। ਸੋ ਇਸ ਦੇ ਵਿੱਚ ਜੋ ਇੰਪੀਚਮੈਂਟ ਪ੍ਰੋਸੈਸ ਹੈ ਅਮਰੀਕਾ ਦੇ ਸਿਸਟਮ ਦੇ ਵਿੱਚ, ਉਹ ਡੋਨਲਡ ਟਰੰਪ ਤੇ ਦੁਬਾਰਾ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਔਰ ਸੈਨੇਟ ਉਸ ਦੇ ਲਈ ਆਰਟੀਕਲ ਲਿਆਉਣ ਜਾ ਰਹੀ ਆ। ਆਪਾਂ ਜਾਣਦੇ ਹਾਂ ਕਿ ਡੋਨਲਡ ਟਰੰਪ ਦੇ ਉੱਤੇ ਇੰਪੀਚਮੈਂਟ ਪਹਿਲਾਂ ਵੀ ਜਿਹੜੀ ਲਗਾਈ ਗਈ ਸੀ ਉਸ ਦੇ ਲਈ ਹੰਭਲਾ ਮਾਰਿਆ ਗਿਆ ਸੀ, ਖਾਸ ਤੌਰ ਤੇ ਡੈਮੋਕ੍ਰੇਟ ਸੈਨੇਟ ਵੱਲੋਂ, ਜਿਹੜੇ ਸੈਨੇਟਰ ਡੈਮੋਕ੍ਰੈਟਿਕ ਪਾਰਟੀ ਦੇ ਨਾਲ ਸੰਬੰਧਿਤ ਨੇ, ਪਰ ਉਹ ਇੰਪੀਚਮੈਂਟ ਸਫਲ ਨਹੀਂ ਹੋ ਸਕੀ ਸੀ। ਹੁਣ ਪਹਿਲੀ ਵਾਰੀ ਹੈ ਅਮਰੀਕਨ ਇਤਿਹਾਸ ਦੇ ਵਿੱਚ ਕਿ ਕਿਸੇ ਰਾਸ਼ਟਰਪਤੀ ਦੇ ਉੱਤੇ ਦੂਸਰੀ ਵਾਰ ਇੰਪੀਚਮੈਂਟ ਦੀ ਤਿਆਰੀ ਕੀਤੀ ਜਾ ਰਹੀ ਆ। ਸੋ ਇਸ ਦੀ ਕੀ ਵਜ੍ਹਾ ਹੈ? ਇਸ ਦੀ ਮੁੱਖ ਵਜ੍ਹਾ ਇਹੀ ਹੈ ਕਿਉਂਕਿ ਡੋਨਲਡ ਟਰੰਪ ਹੋ ਸਕਦਾ ਹੈ ਕਿ 2024 ਦੀਆਂ ਜਿਹੜੀਆਂ ਅਮਰੀਕਨ ਪ੍ਰੈਜ਼ੀਡੈਂਟ ਇਲੈਕਸ਼ਨ ਆਉਣ ਉਹਦੇ ਲਈ ਵੀ ਰਿਪਬਲਿਕਨ ਕੈਂਡੀਡੇਟ ਬਣ ਸਕਦੇ ਨੇ। ਸੋ ਇਹ ਖਾਸ ਤੌਰ ਤੇ ਡੈਮੋਕ੍ਰੈਟਿਕ ਜਿਹੜੇ ਮੈਂਬਰਸ ਨੇ ਉਹ ਚਾਹੁੰਦੇ ਨੇ ਕਿ ਉਹ ਦੁਬਾਰਾ ਇਲੈਕਸ਼ਨ ਨਾ ਲੜ ਸਕਣ। ਇਸ ਦੇ ਵਿੱਚ ਕੁਝ ਰਿਪਬਲਿਕਨ ਸੈਨੇਟਰ ਵੀ ਉਹਨਾਂ ਦਾ ਸਾਥ ਦੇ ਰਹੇ ਨੇ। ਜਿਹੜੇ ਇਸ ਵੇਲੇ ਰਿਪਬਲਿਕਨ ਵੱਲੋਂ ਸੈਨੇਟ ਦੇ ਲੀਡਰ ਨੇ ਮਿਸਟਰ ਮੈਕਕੋਨਲ, ਉਹਨਾਂ ਨੇ ਵੀ ਕਿਹਾ ਕਿ ਉਹ ਉਸ ਦੇ ਲਈ ਜਿਹੜੀ ਵੋਟ ਪਾਉਣੀ ਹੈ ਇੰਪੀਚਮੈਂਟ ਦੇ ਲਈ, ਉਹ ਸਾਰੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ ਹੀ ਪਾਉਣ, ਚਾਹੇ ਉਹ ਰਿਪਬਲਿਕਨ ਸੈਨੇਟਰ ਨੇ ਚਾਹੇ ਉਹ ਡੈਮੋਕ੍ਰੈਟਿਕ ਸੈਨੇਟਰ ਨੇ। ਸੋ ਇਸ ਦੇ ਲਈ ਉਮੀਦ ਕੀਤੀ ਜਾ ਰਹੀ ਕਿ 19 ਜਨਵਰੀ ਨੂੰ ਜਿਹੜੇ ਆਰਟੀਕਲ ਹੈ ਉਹ ਸਬਮਿਟ ਕੀਤੇ ਜਾਣਗੇ ਤੇ 20 ਜਨਵਰੀ ਨੂੰ ਜਿਸ ਦਿਨ ਜੋ ਬਾਈਡਨ ਹੁਣਾਂ ਨੇ ਅਮਰੀਕਨ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਾ ਹੈ ਤੇ ਨਾਲ ਕਮਾਲਾ ਹੈਰਿਸ ਨੇ ਉਪ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਾ ਹੈ, ਉਸ ਤੋਂ ਬਾਅਦ ਹੋ ਸਕਦਾ ਹੈ ਕਿ ਇਸ ਤੇ ਕਾਰਵਾਈ, ਇੰਪੀਚਮੈਂਟ ਦੇ ਪ੍ਰੋਸੈਸ ਤੇ ਕਾਰਵਾਈ ਸ਼ੁਰੂ ਹੋ ਜਾਵੇ। ਸੋ ਡੋਨਲਡ ਟਰੰਪ ਦੇ ਲਈ ਕਾਨੂੰਨੀ ਤੌਰ ਤੇ ਬਹੁਤ ਸਾਰੀਆਂ ਅੜਚਨਾਂ ਇਸ ਇੰਪੀਚਮੈਂਟ ਦੀ ਕਾਰਵਾਈ ਤੋਂ ਬਾਅਦ ਉਹਨਾਂ ਦੇ ਲਈ ਪੈਦਾ ਹੋ ਸਕਦੀਆਂ ਨੇ ਔਰ ਇਹ ਕਿਹਾ ਜਾ ਰਿਹਾ ਹੈ ਕਿ ਡੋਨਲਡ ਟਰੰਪ ਬਹੁਤ ਸਾਰੇ ਕਾਨੂੰਨੀ ਦਾਅ ਪੇਚਾਂ ਦੇ ਵਿੱਚ ਫਸ ਸਕਦੇ ਨੇ। ਉਹ ਇਸ ਲਈ ਆਪਣੇ ਵਕੀਲਾਂ ਦੀ ਜਾਂ ਆਪਣੇ ਹੋਰ ਮਾਹਰਾਂ ਦੀ ਸਲਾਹ ਵੀ ਲੈ ਰਹੇ ਨੇ। ਪਰ ਅਮਰੀਕਾ ਦੇ ਵਿੱਚ ਇਹ ਜਿਹੜਾ ਘਟਨਾਕ੍ਰਮ ਹੈ ਇਹ ਦੇਖਣ ਵਾਲਾ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ 'ਚ ਹੋਰ ਬਹੁਤ ਕੁਝ ਨਵਾਂ ਦੇਖਣ ਨੂੰ ਮਿਲਾ ਗਿਆ। ਸੋ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਆਪਣੀ ਰਿਪੋਰਟ ਜੋ ਡੋਨਲਡ ਟਰੰਪ ਦੇ ਇੰਪੀਚਮੈਂਟ ਪ੍ਰੋਸੈਸ ਦੇ ਬਾਰੇ ਹੈ। ਡੋਨਲਡ ਟਰੰਪ ਅਮਰੀਕਾ ਦੇ ਇਤਿਹਾਸ 'ਚ ਪਹਿਲੇ ਅਜਿਹੇ ਰਾਸ਼ਟਰਪਤੀ ਬਣ ਚੁੱਕੇ ਨੇ ਜਿਨ੍ਹਾਂ ਦੇ ਖਿਲਾਫ 2 ਵਾਰ ਮਹਾਦੋਸ਼ ਚਲਾਇਆ ਗਿਆ। ਹਾਊਸ ਆਫ ਰਿਪਰੈਜ਼ੈਂਟੇਟਿਵਸ ਨੇ ਟਰੰਪ ਖਿਲਾਫ ਮਹਾਦੋਸ਼ ਪ੍ਰਸਤਾਵ ਤੇ ਆਪਣੀ ਮੁਹਰ ਲਾ ਦਿੱਤੀ ਹੈ। ਮਹਾਦੋਸ਼ ਪ੍ਰਸਤਾਵ ਦੌਰਾਨ ਪੱਖ ਦੇ ਵਿੱਚ 232 ਜਦਕਿ ਵਿਰੋਧ ਦੇ ਵਿੱਚ 197 ਵੋਟਾਂ ਪਈਆਂ ਨੇ। ਜ਼ਿਕਰਯੋਗ ਹੈ ਕਿ ਟਰੰਪ ਦੀ ਹੀ ਪਾਰਟੀ ਦੇ 10 ਰਿਪਬਲਿਕਨ ਸੰਸਦ ਮੈਂਬਰਾਂ ਨੇ ਵੀ ਮਹਾਦੋਸ਼ ਦੇ ਪੱਖ ਦੇ ਵਿੱਚ ਵੋਟ ਦਿੱਤੀਆਂ। ਹੁਣ 19 ਜਨਵਰੀ ਨੂੰ ਸੈਨੇਟ ਦੇ ਵਿੱਚ ਪ੍ਰਸਤਾਵ ਲਿਆਂਦਾ ਜਾਵੇਗਾ। ਇਸ ਮਹਾਦੋਸ਼ ਮਤੇ ਦੇ ਵਿੱਚ ਟਰੰਪ ਤੇ 6 ਜਨਵਰੀ ਨੂੰ ਆਪਣੇ ਸਮਰਥਕਾਂ ਨੂੰ ਕੈਪੀਟਲ ਹਿੱਲ ਭਾਵ ਕਿ ਅਮਰੀਕੀ ਸੰਸਦ ਤੇ ਹਮਲਾ ਕਰਨ ਲਈ ਉਕਸਾਉਣ ਦਾ ਦੋਸ਼ ਹੈ। ਸੈਨੇਟ ਦੇ ਵਿੱਚ ਮਹਾਦੋਸ਼ ਪ੍ਰਸਤਾਵ ਪਾਸ ਕਰਨ ਲਈ 2/3 ਮੈਂਬਰਾਂ ਦੇ ਵੋਟਾਂ ਦੀ ਲੋੜ ਹੁੰਦੀ ਹੈ। ਜੇਕਰ ਸੈਨੇਟ ਦੇ ਵਿੱਚ ਮਤਾ ਪਾਸ ਹੋ ਜਾਂਦਾ ਹੈ ਤਾਂ ਟਰੰਪ ਨੂੰ ਸਮੇਂ ਤੋਂ ਪਹਿਲਾਂ ਰਾਸ਼ਟਰਪਤੀ ਅਹੁਦਾ ਛੱਡਣਾ ਪਵੇਗਾ। ਅਮਰੀਕੀ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਹੋਵੇਗਾ। ਜਾਣਕਾਰੀ ਦੱਸਦੀ ਕਿ ਟਰੰਪ ਅਮਰੀਕਾ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਹਨ ਜਿਨ੍ਹਾਂ ਤੇ ਦੂਸਰੀ ਵਾਰ ਮਹਾਦੋਸ਼ ਦਾ ਮੁਕੱਦਮਾ ਚਲਾਇਆ ਗਿਆ। ਇਸ ਤੋਂ ਪਹਿਲਾਂ ਪ੍ਰਤੀਨਿਧੀ ਸਭਾ ਨੇ 2019 ਦੇ ਵਿੱਚ ਟਰੰਪ ਖਿਲਾਫ ਮਹਾਦੋਸ਼ ਦੇ ਇਲਜ਼ਾਮਾਂ ਨੂੰ ਪਾਸ ਕਰ ਦਿੱਤਾ ਸੀ, ਪਰ ਰਿਪਬਲਿਕਨ ਪਾਰਟੀ ਦੇ ਕੰਟਰੋਲ ਵਾਲੇ ਸੈਨੇਟ ਨੇ ਫਰਵਰੀ 2020 ਦੇ ਵਿੱਚ ਉਹਨਾਂ ਨੂੰ ਇਲਜ਼ਾਮਾਂ ਤੋਂ ਪੂਰੀ ਤਰ੍ਹਾਂ ਨਾਲ ਬਰੀ ਕਰ ਦਿੱਤਾ ਸੀ। ਇਸ ਦੌਰਾਨ ਇਲਜ਼ਾਮ ਲਾਏ ਗਏ ਸਨ ਕਿ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਤੇ ਦਬਾਅ ਪਾਇਆ ਸੀ ਕਿ ਉਹ ਜੋ ਬਾਈਡਨ ਤੇ ਉਹਨਾਂ ਦੇ ਬੇਟੇ ਖਿਲਾਫ ਭ੍ਰਿਸ਼ਟਾਚਾਰ ਦੇ ਦਾਅਵਿਆਂ ਦੀ ਜਾਂਚ ਕਰਵਾਵੇ। ਵਾਈਟ ਹਾਊਸ ਨੇ ਮਹਾਦੋਸ਼ ਪ੍ਰਸਤਾਵ ਨੂੰ ਅਮਰੀਕੀ ਇਤਿਹਾਸ ਦੇ ਬੇहद ਸ਼ਰਮਨਾਕ ਸਿਆਸੀ ਘਟਨਾਕ੍ਰਮਾਂ ਦੇ ਵਿੱਚੋਂ ਇੱਕ ਦੱਸਿਆ। ਅਮਰੀਕਾ ਦੇ 243 ਸਾਲ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਰਾਸ਼ਟਰਪਤੀ ਨੂੰ ਮਹਾਦੋਸ਼ ਤੋਂ ਬਾਅਦ ਅਹੁਦੇ ਤੋਂ ਹਟਾਇਆ ਨਹੀਂ ਗਿਆ। ਪ੍ਰੋਗਰਾਮ ਦੀ ਅਗਲੀ ਜਿਹੜੀ ਖਬਰ ਹੈ ਉਹ ਕੈਨੇਡਾ ਦੇ ਨਾਲ ਸੰਬੰਧਿਤ ਹੈ। ਸੋ ਆਪਾਂ ਜਾਣਦੇ ਹਾਂ ਕਿ ਕੈਨੇਡਾ ਦੇ ਵਿੱਚ ਜਿਹੜਾ ਵੈਕਸੀਨ ਦਾ ਪ੍ਰੋਸੈਸ ਉਹ ਸ਼ੁਰੂ ਹੋਇਆ ਪਿਆ ਹੈ ਔਰ ਲਗਾਤਾਰ ਵੱਖੋ ਵੱਖਰੇ ਪ੍ਰੋਵਿੰਸਿਸ ਦੇ ਵਿੱਚ ਜਿਹੜੀ ਵੈਕਸੀਨ ਉਹ ਲੱਗ ਰਹੀ ਹੈ। ਸੋ 2 ਜਿਹੜੀਆਂ ਵੈਕਸੀਨ ਜੋ ਹੈਲਥ ਕੈਨੇਡਾ ਵੱਲੋਂ ਅਪਰੂਵ ਕੀਤੀਆਂ ਗਈਆਂ ਨੇ ਉਹਨਾਂ ਦਾ ਹੀ ਜਿਹੜਾ ਉਹਨਾਂ ਦੀ ਵੈਕਸੀਨੇਸ਼ਨ ਹੋ ਰਹੀ ਹੈ। ਉਹ
ਅੰਟਾਰੀਓ ਦੇ ਵਿੱਚ ਵੀ ਵੈਕਸੀਨੇਸ਼ਨ ਹੋ ਰਹੀ ਹੈ ਤੇ ਬਾਕੀ ਪ੍ਰੋਵਿੰਸਸ ਦੇ ਵਿੱਚ ਵੀ ਹੋ ਰਹੀ ਹੈ। ਸੋ ਮੋਡਰਨਾ ਇੱਕ ਵੈਕਸੀਨ ਹੈ ਤੇ ਦੂਸਰੀ ਵੈਕਸੀਨ ਜਿਹੜੀ ਫਾਈਜ਼ਰ ਬਾਇਓਨਟੈਕ ਹੈ ਉਸ ਦਾ ਜਿਹੜੀ ਇਹ ਵੈਕਸੀਨੇਸ਼ਨ ਚੱਲ ਰਹੀ ਹੈ। ਪਰ ਹੁਣ ਜਿਹੜੀ ਵੈਕਸੀਨੇਸ਼ਨ ਦੇ ਪ੍ਰੋਸੈਸ ਦੇ ਵਿੱਚ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜੀ ਵੈਕਸੀਨੇਸ਼ਨ ਦੀ ਸਪਲਾਈ ਹੈ ਖਾਸ ਤੌਰ ਤੇ ਫਾਈਜ਼ਰ ਦੀ, ਉਹਦੇ ਵਿੱਚ ਡਿਲੇ ਪੈਦਾ ਹੋ ਰਿਹਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਫਾਈਜ਼ਰ ਜਿਹੜੀ ਕੰਪਨੀ ਹੈ ਉਹਦੀ ਪ੍ਰੋਡਕਸ਼ਨ ਲਾਈਨ ਹੈ ਜਿਹੜੀ ਯੂਰਪ ਦੇ ਵਿੱਚ ਹੈ, ਉਸ ਦੇ ਵਿੱਚੋਂ ਕੁਝ ਚੇਂਜਸ ਕੀਤੀਆਂ ਜਾ ਰਹੀਆਂ ਨੇ ਕੰਪਨੀ ਵੱਲੋਂ, ਜਿਸ ਕਰਕੇ ਜਿਹੜੀ ਵੈਕਸੀਨੇਸ਼ਨ ਦੀ ਖੇਪ ਹੈ ਅਗਲੀਆਂ ਖੇਪਾਂ ਉਹ ਥੋੜਾ ਰੁਕ ਕੇ ਆਉਣਗੀਆਂ। ਸੋ ਕਿਉਂਕਿ ਵੈਕਸੀਨੇਸ਼ਨ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਕਿ ਖਾਸ ਤੌਰ ਤੇ ਲੌਂਗ ਟਰਮ ਕੇਅਰ ਸੈਂਟਰਸ ਦੇ ਵਿੱਚ ਸਾਡੇ ਬਜ਼ੁਰਗ ਰਹਿੰਦੇ ਨੇ ਜਾਂ ਜਿਹੜੇ ਹੈਲਥ ਕੇਅਰ ਵਰਕਰ ਨੇ ਜਾਂ ਜਿਹੜੇ ਲੌਂਗ ਟਰਮ ਕੇਅਰ ਸੈਂਟਰਸ ਦੇ ਵਿੱਚ ਮੁਲਾਜ਼ਮ ਕੰਮ ਕਰਦੇ ਨੇ, ਉਹਨਾਂ ਦੇ ਪਹਿਲੀ ਡੋਜ਼ ਇਸ ਫਾਈਜ਼ਰ ਵੈਕਸੀਨ ਦੀ ਲੱਗ ਚੁੱਕੀ ਹੈ ਤੇ ਦੂਜੀ ਡੋਜ਼ ਜਿਹੜੀ ਆ ਉਹ ਫਾਈਜ਼ਰ ਵੈਕਸੀਨੇਸ਼ਨ ਵੱਲੋਂ ਹੀ ਕਿਹਾ ਗਿਆ ਹੈ ਕਿ ਉਹ 21 ਦਿਨਾਂ ਬਾਅਦ ਲੱਗਣੀ ਚਾਹੀਦੀ ਹੈ। ਪਰ ਜਦੋਂ ਇਹ ਡਿਲੇ ਪੈਦਾ ਹੋਏਗਾ ਤਾਂ ਉਸ ਦੇ ਲਈ ਹੁਣ ਇਹ ਟਾਈਮਲਾਈਨ ਚੇਂਜ ਕੀਤੀ ਜਾ ਰਹੀ ਹੈ ਅਧਿਕਾਰੀਆਂ ਵੱਲੋਂ, ਔਰ ਇਹ ਕਿਹਾ ਜਾ ਰਿਹਾ ਕਿ ਜਿਹੜੀ ਫਾਈਜ਼ਰ ਵੈਕਸੀਨੇਸ਼ਨ ਹੈ ਜਿਹੜੀ ਲੌਂਗ ਟਰਮ ਕੇਅਰ ਦੇ ਲਈ ਉਹ ਹੁਣ 21 ਦਿਨ ਦੀ ਬਜਾਏ ਲਗਭਗ 28 ਦਿਨ ਲੱਗਣਗੇ ਹੁਣ ਦੂਜੀ ਡੋਜ਼ ਦੇ ਲਈ, ਔਰ ਜਿਹੜੇ ਉਸ ਤੋਂ ਬਿਨਾਂ ਬਾਕੀ ਹੈਲਥ ਕੇਅਰ ਵਰਕਰ ਆ ਉਹਨਾਂ ਲਈ 42 ਦਿਨ ਵੀ ਲੱਗ ਸਕਦੇ ਨੇ ਦੂਜੀ ਡੋਜ਼ ਦੇ ਲਈ। ਸੋ ਇਸ ਡਿਲੇ ਦੇ ਕਰਕੇ ਲੋਕਾਂ ਦੇ ਵਿੱਚ ਇੱਕ ਭੰਬਲ ਭੁੱਸਾ ਪੈਦਾ ਹੋਇਆ ਹੈ ਕਿ ਜੇਕਰ ਕੰਪਨੀ ਨੇ ਕਿਹਾ ਹੋਇਆ ਕਿ 21 ਦਿਨ ਦਾ ਗੈਪ ਹੋਣਾ ਚਾਹੀਦਾ ਹੈ ਤਾਂ ਕੀ ਉਹ ਵੈਕਸੀਨ ਦਾ ਜੇਕਰ ਗੈਪ ਵਧਾਉਂਦੇ ਨੇ ਤਾਂ ਕੀ ਉਹ ਅਸਰਦਾਰ ਰਹੇਗੀ? ਇਹਦੇ ਬਾਰੇ ਮਾਹਰ ਆਪਣੀਆਂ ਰਾਏ ਦੇ ਰਹੇ ਨੇ। ਸੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਕਿਹਾ ਹੈ ਕਿ ਜੇ ਚਾਹੇ ਕਿ ਕਿਉਂਕਿ ਕੰਪਨੀ ਦਾ ਇਹ ਪ੍ਰੋਸੈਸ ਹੈ ਉਹਦੀ ਪ੍ਰੋਡਕਸ਼ਨ ਲਾਈਨ ਦੇ ਵਿੱਚ ਚੇਂਜਸ ਹੋ ਰਹੀਆਂ ਨੇ, ਉਹਦੇ ਕਰਕੇ ਡਿਲੇ ਜਿਹੜਾ ਪੈਦਾ ਹੋ ਰਿਹਾ, ਪਰ ਉਹਨਾਂ ਨੇ ਇਹ ਦੁਹਰਾਇਆ ਔਰ ਦ੍ਰਿੜ ਕਿਹਾ ਹੈ ਕਿ ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਇਹ ਵਾਅਦਾ ਕੀਤਾ ਗਿਆ ਹੈ ਕਿ ਸਤੰਬਰ ਤੱਕ ਜਿਹੜਾ ਵੀ ਬੰਦਾ ਵੈਕਸੀਨੇਸ਼ਨ ਚਾਹੁੰਦਾ ਹੈ ਕੋਵਿਡ ਦੀ, ਚਾਹੇ ਉਹ ਫਾਈਜ਼ਰ ਦੀ ਹੋਵੇ ਚਾਹੇ ਮੋਡਰਨਾ ਦੀ ਜਾਂ ਕੋਈ ਹੋਰ ਵੈਕਸੀਨ ਜਿਹੜੀ ਹੈਲਥ ਕੈਨੇਡਾ ਅਪਰੂਵ ਕਰਦਾ ਆਉਣ ਵਾਲੇ ਦਿਨਾਂ ਵਿੱਚ, ਉਹਨਾਂ ਨੂੰ ਇਹ ਵੈਕਸੀਨ ਲਗਾਈ ਜਾਵੇਗੀ। ਸੋ ਉਹ ਕਹਿੰਦੇ ਨੇ ਕਿ ਸਾਡਾ ਜਿਹੜਾ ਟੀਚਾ ਹੈ ਸਤੰਬਰ ਤੱਕ ਦਾ ਉਹ ਅਸੀਂ ਜ਼ਰੂਰ ਜਿਹੜਾ ਪੂਰਾ ਕਰਾਂਗੇ। ਸੋ ਦੋਸਤੋ, ਜਿਹੜੇ ਵੈਕਸੀਨੇਸ਼ਨ ਦਾ ਪ੍ਰੋਸੈਸ ਹੈ ਇਹ ਬਹੁਤ ਮਹੱਤਵਪੂਰਨ ਮਸਲਾ ਇਸ ਕਰਕੇ ਹੈ ਕਿਉਂਕਿ ਇਸ ਦੇ ਉੱਤੇ ਲਿਬਰਲ ਗਵਰਨਮੈਂਟ ਦੀ ਜਿਹੜੀ ਆਉਣ ਵਾਲੀ ਮੰਨ ਲਓ ਇਲੈਕਸ਼ਨ ਆਉਂਦੀ ਹੈ, ਮੰਨ ਲਓ ਸਪਰਿੰਗ ਦੇ ਵਿੱਚ ਆਉਂਦੀ ਹੈ ਜਾਂ ਆਉਣ ਵਾਲੀ ਫਾਲ ਦੇ ਵਿੱਚ ਆਉਂਦੀ ਹੈ, ਤਾਂ ਉਸ ਦਾ ਬਹੁਤ ਦਾਰੋਮਦਾਰ ਇਸ ਵੈਕਸੀਨੇਸ਼ਨ ਦੀ ਪ੍ਰੋਸੈਸ ਤੇ ਟਿਕਿਆ ਹੋਇਆ। ਜੇਕਰ ਸਹੀ ਢੰਗ ਨਾਲ ਇਹ ਲਿਬਰਲ ਗਵਰਨਮੈਂਟ ਵੈਕਸੀਨੇਸ਼ਨ ਕਰਾ ਪਾਉਂਦੀ ਹੈ ਔਰ ਲੋਕਾਂ ਨੂੰ ਅਵੇਲੇਬਲ ਹੁੰਦੀ ਹੈ ਟਾਈਮਲੀ, ਜਦ ਕਿ ਉਹਨਾਂ ਦੇ ਵਿਰੋਧੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਵੈਕਸੀਨੇਸ਼ਨ ਦਾ ਪ੍ਰੋਸੈਸ ਬੜਾ ਸਲੋ ਹੈ। ਜਿਸ ਤਰ੍ਹਾਂ ਕਈ ਬਾਕੀ ਦੇਸ਼ਾਂ ਦੇ ਵਿੱਚ ਪ੍ਰੋਸੈਸ ਬਹੁਤ ਫਾਸਟ ਚੱਲ ਰਿਹਾ ਹੈ, ਕੈਨੇਡਾ ਦੇ ਵਿੱਚ ਮੁਕਾਬਲਤਨ ਸਲੋ ਹੈ। ਪਰ ਲਿਬਰਲਸ ਵੱਲੋਂ ਇਹ ਕਿਹਾ ਜਾ ਰਿਹਾ ਕਿ ਅਸੀਂ ਬਹੁਤ ਜ਼ਿਆਦਾ ਵੈਕਸੀਨ ਪ੍ਰੋਕਿਓਰ ਕੀਤੀ ਗਈ ਹੈ, ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਵੈਕਸੀਨ ਅਸੀਂ ਪ੍ਰੋਕਿਓਰ ਕੀਤੀ ਹੈ, ਸਭ ਤੋਂ ਜ਼ਿਆਦਾ ਅਸੀਂ ਕੰਪਨੀਆਂ ਨੇ ਐਗਰੀਮੈਂਟ ਕੀਤੇ, ਇਸ ਕਰਕੇ ਅਸੀਂ ਆਪਣੇ ਟੀਚੇ ਨੂੰ ਪੂਰਾ ਕਰਾਂਗੇ। ਸੋ ਆਪਾਂ ਦੇਖਦੇ ਹਾਂ ਰਿਪੋਰਟ ਦੇ ਵਿੱਚ ਕਿ ਕਿਸ ਤਰ੍ਹਾਂ ਵੈਕਸੀਨੇਸ਼ਨ ਦੀ ਇਹ ਡਿਲੇ ਜਿਹੜੀ ਹੈ ਉਹ ਪ੍ਰਭਾਵ ਪਾ ਰਹੀ ਹੈ ਔਰ ਕਿਸ ਤਰ੍ਹਾਂ ਇਹ ਵੈਕਸੀਨੇਸ਼ਨ ਚੱਲ ਰਹੀ ਹੈ। ਸੂਬੇ 'ਚ ਮਹਾਮਾਰੀ ਨੂੰ ਰੋਕਣ ਲਈ ਸਰਕਾਰ ਵੱਲੋਂ ਫਾਈਜ਼ਰ ਵੈਕਸੀਨ ਦੀ ਦੂਜੀ ਖੇਪ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਦੂਜੀ ਖੇਪ ਦੇ ਵਿੱਚ ਹੋ ਰਹੀ ਦੇਰੀ ਨੇ ਸਰਕਾਰ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਵੈਕਸੀਨ ਦੀ ਸ਼ਿਪਮੈਂਟ ਦੇ ਵਿੱਚ ਹੋ ਰਹੀ ਦੇਰੀ ਤੇ ਪ੍ਰੋਕਿਉਰਮੈਂਟ ਮਿਨਿਸਟਰ ਅਨੀਤਾ ਆਨੰਦ ਨੇ ਟਿੱਪਣੀ ਕਰਦਿਆਂ ਕਿਹਾ ਕਿ ਬੀਤੀ ਰਾਤ ਉਹਨਾਂ ਨੂੰ ਪਤਾ ਲੱਗਾ ਹੈ ਕਿ ਫਾਈਜ਼ਰ ਵੱਲੋਂ ਇਸ ਵਾਰ ਉਮੀਦ ਤੋਂ ਘੱਟ ਖੁਰਾਕਾਂ ਭੇਜੀਆਂ ਜਾਣਗੀਆਂ, ਜਿਸ ਦੀ ਵਜ੍ਹਾ ਉਹਨਾਂ ਨੇ ਦੱਸਿਆ ਕਿ ਬੈਲਜੀਅਮ ਪਲਾਂਟ ਜਿੱਥੇ ਕਿ ਫਾਈਜ਼ਰ ਵੈਕਸੀਨ ਨੂੰ ਤਿਆਰ ਕੀਤਾ ਜਾਂਦਾ ਹੈ, ਉਸ ਪਲਾਂਟ ਦੇ ਵਿੱਚ ਪ੍ਰੋਡਕਸ਼ਨ ਲਾਈਨ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਸੀ, ਜਿਸ ਦੇ ਕਾਰਨ ਕੈਨੇਡਾ ਦੇ ਵਿੱਚ ਫਾਈਜ਼ਰ ਵੈਕਸੀਨ ਦੀ ਦੂਜੀ ਖੇਪ ਆਉਣ ਨੂੰ ਸਮਾਂ ਲੱਗ ਰਿਹਾ ਹੈ। ਅਨੀਤਾ ਆਨੰਦ ਦੇ ਨਾਲ ਹੀ ਕਿਹਾ ਕਿ ਫਾਈਜ਼ਰ ਆਰਜ਼ੀ ਤੌਰ ਤੇ ਡੋਜ਼ਸ ਪ੍ਰਾਪਤ ਕਰਨ ਵਾਲੇ ਸਾਰੇ ਦੇਸ਼ਾਂ ਦੇ ਵਿੱਚ ਸ਼ਿਪਮੈਂਟ ਨੂੰ ਘਟਾ ਰਿਹਾ ਹੈ ਅਤੇ ਇਸ ਦੇ ਵਿੱਚ ਕੈਨੇਡਾ ਵੀ ਸ਼ਾਮਲ ਹੈ। Last evening, in a conversation with representatives from Pfizer Canada, I was informed that due to work to expand its European manufacturing capacity, production of the Pfizer-BioNTech COVID-19 vaccine will be impacted for a short period. This expansion work means that Pfizer is temporarily reducing deliveries to all countries receiving vaccine manufactured at its European facility, and that includes Canada. Before discussing this further, I wish to be very clear from the outset. This is a temporary delay, and we remain on track to have enough approved vaccines for everyone who wishes to be vaccinated by the end of September 2021. I and my Department of Public Services and Procurement Canada remain in constant contact with Pfizer
as well as our other suppliers. As I said earlier, this is a temporary situation and it does not impact our government's goal of having enough approved vaccines for every Canadian who wants to be vaccinated by the end of this coming September. ਜ਼ਿਕਰਯੋਗ ਹੈ ਕਿ ਫਾਈਜ਼ਰ ਤਿਆਰ ਕਰਨ ਵਾਲੀ ਕੰਪਨੀ ਦੇ ਮੁਤਾਬਿਕ ਉਹ ਮਾਰਚ ਦੇ ਅੰਤ ਤੱਕ ਆਪਣੀ ਪ੍ਰੋਡਕਸ਼ਨ ਲਾਈਨ ਦੀ ਸਪੀਡ ਨੂੰ ਮੁੜ ਤੋਂ ਵਧਾ ਲਵੇਗੀ। ਪ੍ਰੋਕਿਉਰਮੈਂਟ ਮਿਨਿਸਟਰ ਅਨੀਤਾ ਆਨੰਦ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੈਨੇਡਾ ਨੂੰ ਸਤੰਬਰ ਦੇ ਅੰਤ ਤੱਕ ਫਾਈਜ਼ਰ ਵੱਲੋਂ 20 ਮਿਲੀਅਨ ਡੋਜ਼ਸ ਪ੍ਰਾਪਤ ਹੋ ਜਾਣਗੀਆਂ ਅਤੇ ਫਾਈਜ਼ਰ ਵੈਕਸੀਨ ਦੀ ਸ਼ਿਪਮੈਂਟ ਦੇ ਵਿੱਚ ਹੋ ਰਹੀ ਦੇਰੀ ਤੇ ਕੰਮ ਚੱਲ ਰਿਹਾ ਹੈ ਅਤੇ ਕੈਨੇਡਾ ਨੂੰ ਜਲਦ ਹੀ ਤੈਅ ਕੀਤੀਆਂ ਹੋਈਆਂ ਡੋਜ਼ਸ ਮਿਲ ਜਾਣਗੀਆਂ। We have increased our order with Pfizer to add 20 million more doses for a total of 40 million doses to be delivered this year. Canada is well on track to meet our goal of ensuring that we have enough vaccines that every eligible person who wishes to be will be vaccinated by the end of September. We are focused on delivery, working every single day to get these vaccines into Canada as early as possible, as we did last month. For example, as our negotiations with Pfizer led to the advancement of additional deliveries prior to the holidays, we have now confirmed an additional 2 million Pfizer doses will be delivered in Q2. These doses were originally scheduled to arrive in the third quarter of this year. They will now be delivered in the second quarter. ਦੂਸਰੇ ਪਾਸੇ ਚੀਫ ਪਬਲਿਕ ਹੈਲਥ ਆਫੀਸਰ ਡਾਕਟਰ ਥੈਰੇਸਾ ਟੈਮ ਨੇ ਵੈਕਸੀਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਸਾਨੂੰ ਅਜੇ ਤੱਕ ਇਹ ਨਹੀਂ ਪਤਾ ਹੈ ਕਿ ਇਸ ਮਹਾਮਾਰੀ ਨੂੰ ਰੋਕਣ ਲਈ ਵੈਕਸੀਨ ਕਿੰਨੀ ਕੁ ਸਹਾਈ ਹੈ, ਪਰ ਕੋਵਿਡ-19 ਤੋਂ ਹੋਣ ਵਾਲੀ ਗੰਭੀਰ ਬਿਮਾਰੀ ਤੋਂ ਇਹ ਵੈਕਸੀਨ ਜ਼ਰੂਰ ਬਚਾਉਣ ਦਾ ਕੰਮ ਕਰ ਰਹੀ ਹੈ। So what we do not know as yet the effectiveness of the vaccines that we have in preventing asymptomatic infection or to reduce transmission. That data is just not there. But I do know that international studies, the vaccine manufacturers, also following that. So we expect to sort of take that data in mind as we look at what the impact of vaccinating persons in long-term care could be. Certainly, I think that the primary goal is, I absolutely think that everyone has to commit to getting vaccines as fast as possible into this population. ਸੋ ਦੋਸਤੋ, ਪ੍ਰੋਗਰਾਮ ਦੇ ਅਗਲੇ ਪੜਾਅ ਦੇ ਵਿੱਚ ਆਪਾਂ ਕੋਵਿਡ ਦੀ ਜੋ ਮੌਜੂਦਾ ਸਥਿਤੀ ਹੈ ਉਹ ਵਿਸ਼ਵ ਭਰ ਦੇ ਵਿੱਚ ਔਰ ਕੈਨੇਡਾ ਦੇ ਵਿੱਚ ਉਸ ਬਾਰੇ ਗੱਲਬਾਤ ਕਰਾਂਗੇ। ਵਿਸ਼ਵ ਭਰ ਦੇ ਵਿੱਚ ਜਿਹੜੇ ਕੇਸ ਲਗਭਗ 94 ਮਿਲੀਅਨ ਤੋਂ ਵੱਧ ਹੋ ਚੁੱਕੇ ਨੇ ਔਰ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਵੀ ਲਗਾਤਾਰ ਕੇਸਾਂ ਦੀ ਗਿਣਤੀ ਵੱਧ ਰਹੀ ਹੈ ਔਰ ਲੋਕਡਾਊਨ ਦੀ ਸਥਿਤੀ ਹੈ, ਸਟੇ ਐਟ ਹੋਮ ਦੇ ਆਰਡਰ ਨੇ ਅੰਟਾਰੀਓ ਦੇ ਵਿੱਚ। ਸੋ ਇਸ ਬਾਰੇ ਆਪਾਂ ਗੱਲ ਕਰਦੇ ਹਾਂ ਪਰ ਇੱਕ ਛੋਟੀ ਜੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। रियल एस्टेट की बात करें, नाम एक ही याद करें। वाजिद मालिक, वाजिद मालिक। आईसेल सर्विस देते हैं, सबकी दुआएं लेते हैं। वाजिद मालिक के पास आइए, जन्नत जैसा घर पाइए। वाजिद मालिक, वाजिद मालिक। पल पल खुशियां बंटते, आजो आजो बुकिंग करा दो। फोन नंबर 4168273333 और wajidmalik.com। ट्रस्ट ही सब कुछ है आपका वाजिद मलिक। ਜੀਤੇ ਯਾਰ ਟਰੱਕ ਅੱਜ ਫਿਰ ਖਰਾਬ ਹੋ ਗਿਆ। ਮੈਂ ਤੇ ਪਹਿਲਾਂ ਹੀ ਕਿਹਾ ਸੀ ਕਿ ਇਹਨੂੰ ਈਸਟ ਕੋਸਟ ਡੀਜ਼ਲ ਟਰੱਕ ਸੈਂਟਰ ਤੇ ਲੈ ਕੇ ਜਾਓ, ਜਿੱਥੇ ਸਰਟੀਫਾਈਡ 30 ਸਾਲਾਂ ਤੋਂ ਵੱਧ ਤਜਰਬੇ ਵਾਲੇ ਮਕੈਨਿਕਾਂ ਦੀ ਟੀਮ ਤੁਹਾਡੇ ਟਰੱਕ ਦੀ ਹਰ ਤਰ੍ਹਾਂ ਦੀ ਰਿਪੇਅਰ, ਆਇਲ ਤੇ ਫਿਲਟਰ ਚੇਂਜ, ਡਾਇਗਨੋਸਟਿਕ, ਇਲੈਕਟ੍ਰਿਕ ਡਾਇਗਨੋਜ਼, ਇੰਜਨ ਅਤੇ ਟਰਾਂਸਮਿਸ਼ਨ ਦੀ ਰੀਬਿਲਡ ਕਰਦੀ ਏ। ਹਰ ਮੇਕ ਅਤੇ ਮਾਡਲ ਦੇ ਟਰੱਕਾਂ ਦੀ ਰਿਪੇਅਰ ਲਈ ਪਹੁੰਚੋ ਈਸਟ ਕੋਸਟ ਡੀਜ਼ਲ ਟਰੱਕ ਸੈਂਟਰ ਤੇ ਜਾਂ ਕਾਲ ਕਰੋ 9055640002। अपने घर के खाने में कुछ अलग ही बात होती है, चाहे वो मक्खन वाली दाल हो या घी वाली इडलियां। आखिर वैरायटी भी तो जरूरी है ना। और जब टाइम ना मिले तब क्या, खाना जो भी हो, ब्राड्स का स्वाद और अपनों का साथ हमेशा आपके साथ रहेगा। ब्राड्स, फूड कल्चर ऑफ इंडिया।
At Atlantic Immigration, we have over 15 years of experience assisting clients with their immigration matters. ਭਾਵੇਂ ਵਰਕ ਪਰਮਿਟ, ਸਟੱਡੀ ਪਰਮਿਟ, ਸਪਾਊਸ ਸਪਾਂਸਰਸ਼ਿਪ, ਇਨਵੈਸਟਰ ਕਲਾਸ ਜਾਂ ਰਿਫਿਊਜੀ ਕਲੇਮ, ਤੁਸੀਂ ਸਾਨੂੰ ਮੁਫਤ ਸਲਾਹ ਲਈ ਕੰਟੈਕਟ ਕਰ ਸਕਦੇ ਹੋ at 9053620202। ਜੇ ਤੁਹਾਡਾ ਕਿਸੇ ਵੀ ਪ੍ਰਕਾਰ ਦਾ ਇਮੀਗ੍ਰੇਸ਼ਨ ਕੇਸ ਰਿਫਿਊਜ਼ ਹੋ ਗਿਆ ਹੈ, ਅਪੀਲ ਕਰਨਾ ਤੁਹਾਡਾ ਹੱਕ ਹੈ। ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਫॉर ਫ੍ਰੀ ਕੰਸਲਟੇਸ਼ਨ at 9053620202। ਸੋ ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ। ਸੋ ਦੋਸਤੋ, ਆਪਾਂ ਗੱਲ ਕਰ ਰਹੇ ਸੀ ਕੋਵਿਡ ਦੇ ਕੇਸਾਂ ਦੀ। ਸੋ ਕੈਨੇਡਾ ਦੇ ਵਿੱਚ ਵੀ ਜਿਹੜੇ ਕੇਸਿਸ ਆ ਉਹ ਲਗਾਤਾਰ ਵੱਧ ਰਹੇ ਨੇ ਔਰ ਇਸ ਵੇਲੇ ਵੀ 75,000 ਤੋਂ ਵੱਧ ਜਿਹੜੇ ਕੇਸ ਐਕਟਿਵ ਨੇ ਕੈਨੇਡਾ ਵਾਈਡ। ਸੋ ਅੰਟਾਰੀਓ ਦੀ ਗੱਲ ਕਰੀਏ ਤਾਂ ਅੰਟਾਰੀਓ 'ਚ ਅੱਜ ਵੀ 3,000 ਤੋਂ ਵੱਧ ਕੇਸ ਰਿਪੋਰਟ ਕੀਤੇ ਗਏ, ਪਰ ਪਿਛਲੇ ਦਿਨਾਂ ਨਾਲੋਂ ਇਹ ਨੰਬਰ ਥੋੜ੍ਹਾ ਘਟਿਆ ਹੈ ਔਰ ਇਸੇ ਤਰ੍ਹਾਂ ਜਿਹੜੇ ਡੈਥ ਰੇਟ ਵੀ ਥੋੜ੍ਹਾ ਘੱਟ ਹੋ ਰਿਹਾ ਹੈ ਔਰ ਜਿਹੜੇ ਮਰੀਜ਼ਾਂ ਦੀ ਗਿਣਤੀ ਹੈ ਹੌਸਪੀਟਲਸ ਦੇ ਵਿੱਚ ਉਹ ਵੀ ਥੋੜ੍ਹੀ ਅੱਗੇ ਨਾਲੋਂ ਘੱਟ ਹੋ ਰਹੀ ਹੈ। ਸੋ ਇੱਕ ਪੋਜ਼ਿਟਿਵ ਸਾਈਨ ਵੀ ਹੈ ਔਰ ਸਟੇ ਐਟ ਹੋਮ ਦੇ ਜਿਹੜੇ ਆਰਡਰ ਨੇ ਉਹਨਾਂ ਦਾ ਅਸਰ ਇਹ ਲੱਗਦਾ ਹੈ ਕਿ ਹੌਲੀ ਹੌਲੀ ਪੈਣਾ ਸ਼ੁਰੂ ਹੋਏਗਾ। ਪਹਿਲਾਂ ਵੀ ਕਿਉਂਕਿ ਕਾਫੀ ਦਿਨਾਂ ਤੋਂ ਅੰਟਾਰੀਓ ਜਿਹੜਾ ਉਹ ਲੋਕਡਾਊਨ ਦੇ ਵਿੱਚ ਹੈ ਤੇ ਉਸ ਦਾ ਵੀ ਕੁਝ ਨਾ ਕੁਝ ਅਸਰ ਹੋ ਰਿਹਾ ਹੈ। ਪਰ ਜੋ ਡਾਟਾ ਕਹਿ ਰਿਹਾ ਹੈ, ਜੋ ਜਿਸ ਤਰ੍ਹਾਂ ਦੀ ਪ੍ਰੈਡਿਕਸ਼ਨਸ ਕੀਤੀਆਂ ਜਾ ਰਹੀਆਂ ਹੈ, ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ 'ਚ ਜੋ ਸਥਿਤੀ ਹੋ ਸਕਦੀ ਹੈ, ਸੋ ਉਸ ਬਾਰੇ ਜਿਹੜਾ ਹੈਲਥ ਮਾਹਰਾਂ ਨੇ ਇਹ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਅਗਲੇ 10 ਦਿਨਾਂ ਵਿੱਚ ਕੈਨੇਡਾ ਦੇ ਵਿੱਚ ਕੋਵਿਡ ਦੇ ਕਰਕੇ 2,000 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ। ਸੋ ਇਹ ਇੱਕ ਗੰਭੀਰ ਜਿਹੜਾ ਸਾਈਨ ਹੈ ਕਿ ਜੇਕਰ ਇੰਨੀਆਂ ਮੌਤਾਂ ਹੁੰਦੀਆਂ ਨੇ ਤਾਂ ਲੋਕਾਂ ਨੂੰ ਹੋਰ ਜਿਹੜਾ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਔਰ ਸਟੇ ਐਟ ਹੋਮ ਦਾ ਜਿਹੜਾ ਆਰਡਰ ਹੈ ਉਸ ਦਾ ਵੀ ਪਾਲਣ ਕਰਨਾ ਚਾਹੀਦਾ। ਬਾਕੀ ਵੀ ਪ੍ਰੋਵਿੰਸਸ 'ਚ ਜਿੱਥੇ ਨੰਬਰ ਵੱਧ ਰਿਹਾ ਹੈ ਉੱਥੇ ਵੀ ਲੋਕਾਂ ਨੂੰ ਜਿਸ ਤਰ੍ਹਾਂ ਦੀਆਂ ਸਾਵਧਾਨੀਆਂ ਕਹੀਆਂ ਗਈਆਂ ਨੇ ਉੱਥੋਂ ਦੇ ਹੈਲਥ ਮਾਹਰਾਂ ਨੇ ਦੁਆਰਾ ਉਹਨਾਂ ਦਾ ਪਾਲਣ ਕਰਨਾ ਚਾਹੀਦਾ ਹੈ। ਸੋ ਕੋਵਿਡ ਦੇ ਕੇਸਿਸ ਜਿੱਥੇ ਕੈਨੇਡਾ ਦੇ ਵਿੱਚ ਵੱਧ ਰਹੇ ਨੇ, ਨਾਲ ਦੀ ਨਾਲ ਵੱਖੋ ਵੱਖਰੇ ਜਿਹੜੇ ਵੇਰੀਐਂਟਸ ਦਾ ਉਹਨਾਂ ਦਾ ਖਤਰਾ ਵੀ ਵਿਸ਼ਵ ਭਰ ਦੇ ਵਿੱਚ ਵੱਧ ਰਿਹਾ ਹੈ। ਪਹਿਲਾਂ ਜਿਸ ਤਰ੍ਹਾਂ UK ਵੇਰੀਐਂਟ ਦੀ ਗੱਲ ਹੋਈ, ਹੁਣ ਇੱਕ ਬ੍ਰਾਜ਼ੀਲ ਦੇ ਵੇਰੀਐਂਟ ਦੀ ਵੀ ਗੱਲ ਵਿਸ਼ਵ ਭਰ ਦੇ ਵਿੱਚ ਚੱਲ ਰਹੀ ਹੈ ਕਿ ਉਹ ਵੇਰੀਐਂਟ ਵੀ ਤੇਜ਼ੀ ਨਾਲ ਫੈਲਦਾ ਹੈ। ਸੋ ਇਹ ਨਵੇਂ ਵੇਰੀਐਂਟ ਵੀ ਆ ਰਹੇ ਨੇ ਔਰ ਰਿਸਰਚ ਇਹਨਾਂ 'ਤੇ ਚੱਲ ਰਹੀ ਹੈ। ਸੋ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਜਿਹੜੇ ਆਪਣੇ ਖੋਜੀ ਨੇ, ਜਿਹੜੇ ਮੈਡੀਕਲ ਫੀਲਡ ਦੇ ਵਿੱਚ ਖੋਜ ਕਰਦੇ ਨੇ, ਉਹਨਾਂ ਦੀ ਤੇ ਵਾਇਰਸ ਦੀ ਇੱਕ ਬੜੀ ਵੱਡੀ ਜੰਗ ਹੈ। ਇਹ ਵਾਇਰਸ ਨਵੇਂ ਰੂਪ ਦਿਖਾ ਰਿਹਾ ਹੈ, ਨਵੇਂ ਤਰੀਕਿਆਂ ਦੇ ਨਾਲ ਲੋਕਾਂ ਨੂੰ ਮਾਰ ਕਰ ਰਿਹਾ ਹੈ ਔਰ ਇਸ ਦੇ ਬਾਰੇ ਇਹ ਵੀ ਕਿਹਾ ਜਾਂਦਾ ਕਿ ਜਿਹੜੀ ਵੈਕਸੀਨੇਸ਼ਨ ਦਾ ਪ੍ਰੋਸੈਸ ਹੈ ਇਸ ਦਾ ਵੀ ਅਸਰ ਬਹੁਤ ਜਲਦੀ ਨਹੀਂ ਦੇਖਣ ਨੂੰ ਮਿਲੇਗਾ। ਇਹ ਨਹੀਂ ਹੋਏਗਾ ਕਿ ਜੇਕਰ ਵੈਕਸੀਨੇਸ਼ਨ ਕੁਝ ਲੋਕਾਂ ਨੂੰ ਲੱਗ ਰਹੀ ਹੈ ਤਾਂ ਉਹਦੇ ਨਾਲ ਕੇਸਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਜਾਏਗੀ, ਕਿਉਂਕਿ ਵੈਕਸੀਨੇਸ਼ਨ ਤੋਂ ਬਾਅਦ ਵੀ ਇਹ ਮਾਹਿਰ ਦੇਖਣਗੇ ਕਿ ਕਿੰਨੀ ਦੇਰ ਬਾਅਦ ਜਿਹੜੀ ਉਹ ਕਰਵ ਹੈ ਉਹ ਜਿਹੜੀ ਫਲੈਟ ਹੁੰਦੀ ਹੈ, ਉਸ ਤੋਂ ਬਾਅਦ ਕਰਵ ਘਟਣੀ ਸ਼ੁਰੂ ਕਰਦੀ ਹੈ। ਸੋ ਇਸ ਬਾਰੇ ਮਾਹਿਰ ਬੜੇ ਚਿੰਤਤ ਰਹਿੰਦੇ ਨੇ ਔਰ ਨਾਲ ਦੀ ਨਾਲ ਲੋਕ ਵੀ ਚਿੰਤਤ ਨੇ, ਖਾਸ ਤੌਰ 'ਤੇ ਜਿਨ੍ਹਾਂ ਨੂੰ ਆਪਣੇ ਕੰਮ-ਕਾਰ ਛੱਡ ਕੇ ਘਰਾਂ ਦੇ ਵਿੱਚ ਬੈਠਣਾ ਪੈ ਰਿਹਾ ਹੈ। ਉਹਨਾਂ ਨੂੰ ਜਿੱਥੇ ਇੱਕ ਵਾਇਰਸ ਇੱਕ ਪਾਸਿਓਂ ਮਾਰ ਕਰ ਰਿਹਾ ਹੈ, ਨਾਲ ਦੀ ਨਾਲ ਉਹਨਾਂ ਦੀ ਜਿਹੜੀ ਆਰਥਿਕ ਸਥਿਤੀ ਡਾਵਾਂਡੋਲ ਹੋ ਰਹੀ ਹੈ ਉਹ ਵੀ ਮਾਰ ਕਰ ਰਹੀ ਹੈ। ਸੋ ਆਪਾਂ ਦੇਖਦੇ ਹਾਂ ਕੋਵਿਡ ਦੀ ਰਿਪੋਰਟ ਦੇ ਵਿੱਚ ਕਿ ਕੀ ਕੁਝ ਹੋ ਰਿਹਾ ਹੈ ਕੈਨੇਡਾ ਦੇ ਵਿੱਚ ਤੇ ਵਿਸ਼ਵ ਭਰ ਦੇ ਵਿੱਚ। ਓਨਟਾਰੀਓ 'ਚ ਅੱਜ 3,000 ਤੋਂ ਵੱਧ ਕੋਵਿਡ ਦੇ ਕੇਸ ਦਰਜ ਕੀਤੇ ਗਏ ਅਤੇ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 51 ਦੱਸੀ ਜਾ ਰਹੀ ਹੈ। ਅੱਜ ਸੂਬੇ ਦੇ ਵਿੱਚ 3,056 ਕੋਵਿਡ ਦੇ ਕੇਸ ਰਿਪੋਰਟ ਕੀਤੇ ਗਏ ਅਤੇ ਸ਼ੁੱਕਰਵਾਰ ਨੂੰ 2,998 ਕੇਸ ਦੇਖਣ ਨੂੰ ਮਿਲੇ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸਭ ਤੋਂ ਜ਼ਿਆਦਾ ਕੇਸ ਟੋਰਾਂਟੋ 'ਚ ਦੇਖਣ ਨੂੰ ਮਿਲੇ, ਜਿੱਥੇ ਟੋਰਾਂਟੋ ਦੇ ਵਿੱਚ 903, ਉੱਥੇ ਹੀ ਪੀਲ ਦੇ ਵਿੱਚ 339 ਅਤੇ ਯਾਰਕ ਰੀਜਨ ਦੇ ਵਿੱਚ 283 ਕੋਵਿਡ ਦੇ ਕੇਸ ਸਾਹਮਣੇ ਆਏ ਨੇ। ਪਿਛਲੇ 24 ਘੰਟਿਆਂ ਦੇ ਵਿੱਚ ਪੂਰੇ ਸੂਬੇ ਦੇ ਵਿੱਚ 73,875 ਕੋਵਿਡ ਦੇ ਟੈਸਟ ਕੀਤੇ ਗਏ ਅਤੇ ਪੋਜ਼ਿਟਿਵਿਟੀ ਦਰ ਦੇ ਵਿੱਚ ਥੋੜੀ ਜਿਹੀ ਗਿਰਾਵਟ ਦੇਖਣ ਨੂੰ ਮਿਲੀ। ਇਸ ਵਕਤ ਪੋਜ਼ਿਟਿਵਿਟੀ ਦਰ 4.9 ਤੇ ਖੜੀ ਹੈ, ਜਿਸ ਦੀ ਜਾਣਕਾਰੀ ਮਿਨਿਸਟਰੀ ਆਫ ਹੈਲਥ ਵੱਲੋਂ ਦਿੱਤੀ ਗਈ। ਹਾਲਾਂਕਿ ਹਸਪਤਾਲਾਂ ਦੇ ਵਿੱਚ ਦਾਖਲ ਹੋਏ ਲੋਕਾਂ ਦੀ ਗਿਣਤੀ ਸਥਿਰ ਦੱਸੀ ਜਾ ਰਹੀ ਹੈ, ਜਦਕਿ ICU ਦੇ ਵਿੱਚ ਰੱਖੇ ਗਏ ਲੋਕਾਂ ਦੀ ਗਿਣਤੀ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ। ਇਸ ਵਕਤ ICU ਦੇ ਵਿੱਚ 400 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਦੂਸਰੇ ਪਾਸੇ ਵੈਂਟੀਲੇਟਰ ਦੇ ਸਹਾਰੇ ਸਾਹ ਲੈਣ ਵਾਲਿਆਂ ਦੀ ਗਿਣਤੀ 281 ਦੱਸੀ ਜਾ ਰਹੀ ਹੈ। ਇਸ ਸਮੇਂ ਸੂਬੇ ਦੀ ਸਰਕਾਰ ਨੇ ਸੂਬੇ ਦੇ ਵਿੱਚ ਸਟੇਟ ਆਫ ਐਮਰਜੈਂਸੀ ਐਲਾਨ ਕੀਤਾ ਹੋਇਆ ਹੈ ਅਤੇ ਸਰਕਾਰ ਵੱਲੋਂ ਹਰ ਕਿਸੇ ਨੂੰ ਘਰ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਵੱਧ ਰਹੇ ਕੋਵਿਡ ਦੇ ਕੇਸਾਂ ਤੇ ਲਗਾਮ ਲਗਾਈ ਜਾ ਸਕੇ। ਸੋ ਦੋਸਤੋ, ਪ੍ਰੋਗਰਾਮ ਦੇ ਅਗਲੇ ਪੜਾਅ ਦੇ ਵਿੱਚ ਆਪਾਂ ਭਾਰਤ ਦੀ ਗੱਲ ਕਰਦੇ ਹਾਂ। ਸੋ ਭਾਰਤ ਦੇ ਵਿੱਚ ਕਿਸਾਨ ਅੰਦੋਲਨ ਜਿਹੜਾ ਲਗਾਤਾਰ ਦਿੱਲੀ ਵਿੱਚ ਚੱਲ ਰਿਹਾ ਹੈ,
ਉਸ ਦੀ ਜਿਹੜੀ 9ਵੇਂ ਗੇੜ ਦੀ ਵਾਰਤਾ ਹੈ ਕਿਸਾਨ ਲੀਡਰਾਂ ਦੀ ਤੇ ਸਰਕਾਰ ਦੀ, ਭਾਰਤ ਸਰਕਾਰ ਦੇ ਮੰਤਰੀਆਂ ਦੀ, ਉਹ ਵੀ ਫੇਲ ਹੋ ਚੁੱਕੀ ਹੈ। ਉਸ ਦੇ ਵਿੱਚ ਵੀ ਇਹ ਕਿਹਾ ਗਿਆ ਕਿ ਕਿਸਾਨ ਲੀਡਰਾਂ ਨੇ ਇਹ ਕਿਹਾ ਕਿ ਜਿਹੜੀ ਭਾਰਤ ਸਰਕਾਰ ਹੈ ਹਜੇ ਵੀ ਉਹ ਕਾਨੂੰਨ ਵਾਪਸ ਲੈਣ ਲਈ ਬਿਲਕੁਲ ਵੀ ਰਾਜੀ ਨਹੀਂ, ਜਦ ਕਿ ਜੋ ਮੰਤਰੀ ਜੋ ਭਾਰਤ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਹੜੇ ਅਸੀਂ ਚਾਹੁੰਦੇ ਹਾਂ ਕਿ ਕੁਝ ਅਮੈਂਡਮੈਂਟਸ ਦੇ ਨਾਲ ਕਿਸਾਨ ਮੰਨ ਜਾਣ ਤਾਂ ਕਿ ਇਸ ਮਸਲੇ ਦਾ ਕੋਈ ਹੱਲ ਨਿਕਲ ਸਕੇ। ਪਰ ਜਿਹੜਾ ਜਿਸ ਤਰ੍ਹਾਂ ਦੀ ਉੱਥੇ ਸਥਿਤੀ ਬਣੀ ਹੋਈ ਹੈ, ਔਰ ਖ਼ਾਸ ਤੌਰ 'ਤੇ ਜਦੋਂ ਸੁਪਰੀਮ ਕੋਰਟ ਨੇ ਇੱਕ ਕਮੇਟੀ ਆਪਾਂ ਨੂੰ ਪਤਾ ਬਣਾਈ, ਉਸ ਕਮੇਟੀ ਦੇ ਵਿੱਚ ਜਿਹੜੇ 4 ਮੈਂਬਰ ਬਣਾਏ ਉਸ ਦੇ ਵਿੱਚੋਂ ਇੱਕ ਮੈਂਬਰ ਜਿਹੜੇ ਭੁਪਿੰਦਰ ਸਿੰਘ ਮਾਨ ਉਹ ਰਿਜ਼ਾਈਨ ਵੀ ਦੇ ਚੁੱਕੇ ਨੇ ਕਮੇਟੀ ਤੋਂ। ਹੁਣ ਬਾਕੀ ਜਿਹੜੇ 3 ਮੈਂਬਰ ਉਸ ਕਮੇਟੀ ਦੇ ਵਿੱਚ ਨੇ, ਔਰ ਇੱਕ ਕਿਸਾਨ ਜਥੇਬੰਦੀ ਨੇ ਫਿਰ ਸੁਪਰੀਮ ਕੋਰਟ ਨੂੰ ਅਪਰੋਚ ਕੀਤੀ ਹੈ ਕਿ ਜਿਹੜੇ 3 ਮੈਂਬਰ ਵੀ ਹਟਾ ਦਿੱਤੇ ਜਾਣ, ਕਿਉਂਕਿ ਇਹ ਤਿੰਨੋਂ ਮੈਂਬਰ ਵੀ ਪਹਿਲਾਂ ਜਿਹੜਾ ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਵੱਖੋ ਵੱਖਰੇ ਸਮੇਂ 'ਚ ਬੋਲ ਚੁੱਕੇ ਨੇ। ਸੋ ਨਿਰਪੱਖ ਮੈਂਬਰ ਲਾਏ ਜਾਣ, ਨਿਰਪੱਖ ਮਾਹਰ ਉਸ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਜਾਣ। ਸੋ ਇਸ ਦੇ ਨਾਲ ਹੀ ਇੱਕ ਜਿਹੜੀ ਹੋਰ ਖਬਰ ਜੁੜੀ ਹੋਈ ਹੈ ਉਹ ਇਹ ਹੈ ਕਿ ਕਿਸਾਨ ਲੀਡਰਾਂ ਨੇ ਇਹ ਕਿਹਾ ਹੈ ਕਿ ਉਹਨਾਂ ਦੇ ਜਿਹੜੇ ਸਪੋਰਟਰ ਨੇ, ਜਿਹੜੇ ਕਿਸਾਨ ਅੰਦੋਲਨ ਨੂੰ ਸਪੋਰਟ ਕਰ ਰਹੇ ਨੇ, ਮਦਦ ਕਰ ਰਹੇ ਨੇ ਕਿਸੇ ਨਾ ਕਿਸੇ ਢੰਗ ਦੇ ਨਾਲ, ਚਾਹੇ ਉਹ ਟਰਾਂਸਪੋਰਟਰ ਨੇ ਜਾਂ ਹੋਰ ਜਿਹੜੇ ਉਹਨਾਂ ਦੇ ਵੈਲਵਿਸ਼ਰ ਨੇ, ਚਾਹੇ ਕੋਈ ਪੱਤਰਕਾਰ ਨੇ, ਉਹਨਾਂ ਤੇ ਭਾਰਤ ਸਰਕਾਰ ਦੀ ਜਿਹੜੀ ਸੰਸਥਾ ਹੈ NIA, ਉਹਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਨੇ। ਔਰ ਇਹ ਨੋਟਿਸ ਜੋ ਹੁੰਦੇ ਨੇ ਕਿ ਤੁਸੀਂ ਰਾਸ਼ਟਰ ਧਰੋਹ ਦੇ ਨਾਲ ਸੰਬੰਧਿਤ ਹੁੰਦੇ ਨੇ, ਕਿ ਤੁਸੀਂ ਰਾਸ਼ਟਰ ਦੇ ਹਿੱਤ ਵਿੱਚ ਕੰਮ ਨਹੀਂ ਕਰ ਰਹੇ, ਜਦਕਿ ਰਾਸ਼ਟਰ ਦੇ ਉਲਟ ਕੰਮ ਕਰ ਰਹੇ ਹੋ। ਸੋ ਕਿਸਾਨ ਲੀਡਰਾਂ ਨੇ, ਚਾਹੇ ਉਹ ਬਲਵੀਰ ਸਿੰਘ ਰਾਜੇਵਾਲ ਨੇ ਤੇ ਚਾਹੇ ਉਹ ਡਾਕਟਰ ਦਰਸ਼ਨਪਾਲ ਨੇ, ਉਹਨਾਂ ਨੇ ਇਸ ਦਾ ਤਿੱਖਾ ਵਿਰੋਧ ਕੀਤਾ ਹੈ ਕਿ ਇਸ ਤਰ੍ਹਾਂ ਦੇ ਨੋਟਿਸ ਜਿਹੜੇ ਉਹ ਬਿਲਕੁਲ ਸਰਕਾਰ ਨੂੰ ਜਾਰੀ ਨਹੀਂ ਕਰਨੇ ਚਾਹੀਦੇ। ਔਰ ਇਸ ਲਈ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਜਿਹੜੇ ਵਕੀਲਾਂ ਦੇ ਨਾਲ ਵੀ ਸਲਾਹ ਮਸ਼ਵਰਾ ਕਰ ਰਹੇ ਹਾਂ ਕਿ ਤਾਂ ਕਿ ਇਹਨਾਂ ਨੋਟਿਸਾਂ ਦਾ ਢੁਕਵਾਂ ਜਵਾਬ ਦਿੱਤਾ ਜਾਵੇ। ਔਰ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਜਿਨ੍ਹਾਂ ਵੀ ਲੋਕਾਂ ਨੂੰ ਇਹ ਨੋਟਿਸ ਜਾਰੀ ਹੋਏ ਨੇ, ਔਰ ਇਸ ਦੇ ਵਿੱਚ ਕੁਝ ਕਿਸਾਨ ਲੀਡਰਾਂ ਨੂੰ ਵੀ ਜਾਰੀ ਹੋਏ ਨੇ, ਕਿ ਉਹਨਾਂ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ, ਅਸੀਂ ਉਹਨਾਂ ਦੇ ਨਾਲ ਚਟਾਨ ਵਾਂਗਰ ਖੜੇ ਹਾਂ ਔਰ ਉਹਨਾਂ ਦੀ ਹਰ ਢੰਗ ਦੇ ਨਾਲ ਮਦਦ ਕਰਾਂਗੇ, ਕਿਉਂਕਿ ਉਹ ਸਾਡੇ ਨਾਲ ਖੜੇ ਨੇ, ਉਹ ਇਹਨਾਂ ਲੋਕਾਂ ਦੇ ਨਾਲ ਖੜੇ ਨੇ। ਸੋ ਹੁਣ ਅਗਲੇ ਗੇੜ ਦੀ ਜਿਹੜੀ ਗੱਲਬਾਤ ਹੈ ਉਸ ਤੇ ਨਜ਼ਰ ਲੱਗੀ ਹੋਈ ਹੈ, 19 ਜਨਵਰੀ ਨੂੰ ਜਿਹੜੀ ਹੋਣੀ ਹੈ। ਉਸ ਤੋਂ ਬਿਨਾਂ ਜਿਹੜਾ ਕਿਸਾਨਾਂ ਨੇ ਆਪਣਾ ਪ੍ਰੋਗਰਾਮ ਪਹਿਲਾਂ ਤੋਂ ਲੀਕਿਆ ਹੋਇਆ ਹੈ ਉਸ ਬਾਰੇ ਵੀ ਲਗਾਤਾਰ ਉਹਨਾਂ ਦੀ ਤਿਆਰੀ ਚੱਲ ਰਹੀ ਹੈ। ਸਭ ਤੋਂ ਪਹਿਲਾਂ ਜਿਹੜਾ 18 ਜਨਵਰੀ ਨੂੰ ਉਹ ਔਰਤ ਕਿਸਾਨ ਦਿਵਸ ਮਨਾਉਣ ਜਾ ਰਹੇ ਨੇ, ਉਸ ਲਈ ਔਰਤਾਂ ਦੇ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਬਹੁਤ ਸਾਰੀਆਂ ਜਿਹੜੀਆਂ ਔਰਤਾਂ ਨੇ ਉਹ ਪੰਜਾਬ ਤੋਂ, ਹਰਿਆਣਾ ਤੋਂ ਵੀ ਅੰਦੋਲਨ ਵਾਲੀ ਜਗ੍ਹਾ ਤੇ ਵੀ ਪਹੁੰਚ ਰਹੀਆਂ ਤੇ ਨਾਲ ਦੀ ਨਾਲ ਆਪਣੇ ਆਪਣੇ ਸਥਾਨਾਂ ਤੇ, ਚਾਹੇ ਪੰਜਾਬ ਹੈ, ਹਰਿਆਣਾ ਜਾਂ ਹੋਰ ਦੇਸ਼ ਦੇ ਸਥਾਨਾਂ ਤੇ ਵੀ ਉਹ ਕੁਛ ਨਾ ਕੁਛ ਜਿਹੜੀ ਆਪਣੀਆਂ ਗਤੀਵਿਧੀਆਂ ਕਰ ਰਹੀਆਂ ਨੇ। ਔਰਤਾਂ ਨੇ ਵੀ ਉਸ ਬਾਰੇ ਆਪਣਾ ਜਿਹੜਾ ਪ੍ਰੋਗਰਾਮ ਉਲੀਕਿਆ ਹੈ। ਉਸ ਤੋਂ ਬਾਅਦ 20 ਜਨਵਰੀ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਤੇ ਕਿਸਾਨਾਂ ਨੇ ਸੰਕਲਪ ਦਿਵਸ ਦੇ ਤੌਰ ਤੇ ਮਨਾਉਣ ਦਾ ਫੈਸਲਾ ਕੀਤਾ ਹੈ। ਔਰ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦਸ਼ਮੇਸ਼ ਪਿਤਾ ਦਾ ਜਿਹੜਾ ਸ਼ਬਦ ਹੈ ਦੇਹ ਸੇਵਾ ਵਰ ਮੋਹੇ, ਉਹਨੂੰ ਸਾਰੇ ਗਾਉਣ ਤੇ ਉਸ ਦੇ ਨਾਲ ਆਪਣਾ ਸੰਕਲਪ ਦੁਹਰਾਉਣ ਕਿ ਅਸੀਂ ਇਸ ਅੰਦੋਲਨ ਦੇ ਵਿੱਚ ਜਿਹੜਾ ਕਿਸੇ ਤਰ੍ਹਾਂ ਵੀ ਪਿੱਛੇ ਨਹੀਂ ਹਟਾਂਗੇ ਔਰ ਅਡਿੱਗ ਰਹਾਂਗੇ ਔਰ ਦਸ਼ਮੇਸ਼ ਪਿਤਾ ਤੋਂ ਉਸ ਦੇ ਲਈ ਸ਼ਕਤੀ ਲੈਣ, ਕਿਉਂਕਿ ਦਸ਼ਮੇਸ਼ ਪਿਤਾ ਜਿਨ੍ਹਾਂ ਨੇ ਸਰਬੰਸ ਦਾਨ ਦਿੱਤਾ ਦੁਨੀਆ ਦੇ ਲਈ, ਲੋਕਾਂ ਦੇ ਲਈ, ਉਹਨਾਂ ਤੋਂ ਲੋਕਾਂ ਨੂੰ ਇੱਕ ਪ੍ਰੇਰਨਾ ਮਿਲਦੀ ਹੈ ਹਮੇਸ਼ਾ ਔਰ ਲੋਕ ਉਸ ਪ੍ਰੇਰਨਾ ਨੂੰ ਲੈ ਕੇ ਅੱਗੇ ਵਧਦੇ ਨੇ। ਸੋ ਉਸ ਤੋਂ ਬਾਅਦ ਜਿਹੜਾ ਵੱਡਾ ਪ੍ਰੋਗਰਾਮ ਹੈ 26 ਜਨਵਰੀ ਦਾ, ਉਸ ਲਈ ਵੀ ਕਿਸਾਨ ਲੀਡਰ ਕਹਿ ਰਹੇ ਨੇ ਕਿ 17 ਜਨਵਰੀ ਦੀ ਮੀਟਿੰਗ ਤੋਂ ਬਾਅਦ ਉਹ ਦੱਸਣਗੇ ਕਿ ਕਿਸ ਤਰ੍ਹਾਂ ਉਸ ਪ੍ਰੋਗਰਾਮ ਦੇ ਵਿੱਚ ਲੋਕ ਸ਼ਾਮਲ ਹੋਣਗੇ ਔਰ ਕਿਸ ਤਰ੍ਹਾਂ ਉਸ ਨੂੰ ਸ਼ਾਂਤਮਈ ਢੰਗ ਦੇ ਨਾਲ ਉਹ ਅੱਗੇ ਵਧਾਉਣਗੇ। ਸੋ ਆਪਣੀ ਰਿਪੋਰਟ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਿਸਾਨ ਅੰਦੋਲਨ ਦੀ ਮੌਜੂਦਾ ਸਥਿਤੀ ਕੀ ਹੈ ਔਰ ਕਿਸ ਤਰ੍ਹਾਂ ਇਹ ਅੱਗੇ ਵਧ ਰਿਹਾ ਹੈ। ਕੇਂਦਰ ਤੇ ਕਿਸਾਨਾਂ ਵਿਚਾਲੇ ਹੋਈ 9ਵੀਂ ਗੇੜ ਦੀ ਬੈਠਕ ਮੁੜ ਤੋਂ ਰਹੀ ਬੇਸਿੱਟਾ। ਕਿਸਾਨਾਂ ਨਾਲ ਕੇਂਦਰ ਦੀ ਅਗਲੀ ਮੀਟਿੰਗ ਹੁਣ 19 ਜਨਵਰੀ ਨੂੰ ਤੈਅ ਕੀਤੀ ਗਈ ਹੈ। ਸਰਕਾਰ ਅਤੇ ਕਿਸਾਨਾਂ ਵਿਚਾਲੇ ਇਸ ਵਾਰ ਵੀ ਆਪਣੇ ਰੁਖ ਤੇ ਅੜੇ ਰਹਿਣ ਕਾਰਨ ਕੋਈ ਸਹਿਮਤੀ ਨਹੀਂ ਬਣ ਪਾਈ। ਬੈਠਕ ਦੇ ਵਿੱਚ ਸਰਕਾਰ ਵੱਲੋਂ ਕਿਸਾਨਾਂ ਨੂੰ ਮੁੜ ਖੇਤੀ ਕਾਨੂੰਨਾਂ 'ਚ ਸੋਧ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਸੀ, ਜਿਸ ਨੂੰ ਕਿਸਾਨਾਂ ਵੱਲੋਂ ਸਿਰੇ ਤੋਂ ਠੁਕਰਾ ਦਿੱਤਾ ਗਿਆ। ਕਿਸਾਨ ਕਾਨੂੰਨ ਰੱਦ ਕਰਨ ਦੀ ਮੰਗ ਤੇ ਬੇਜਿੱਦ ਹਨ। ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਕਾਨੂੰਨ ਰੱਦ ਤੋਂ ਘੱਟ ਕੁਝ ਨਹੀਂ ਚਾਹੀਦਾ। ਉੱਥੇ ਹੀ ਬੈਠਕ ਦੇ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੱਤਾ। ਉਹਨਾਂ ਨੇ ਕਿਹਾ ਕਿ ਕੋਰਟ ਕਾਨੂੰਨਾਂ ਤੇ ਰੋਕ ਲਗਾ ਚੁੱਕੀ ਹੈ, ਹੁਣ ਸਿਰਫ ਕਾਨੂੰਨਾਂ ਦੇ ਵਿੱਚ ਸੋਧ ਦੀ ਜ਼ਰੂਰਤ ਹੈ। ਤੋਮਰ ਨੇ ਕਿਸਾਨਾਂ ਤੋਂ ਸੁਝਾਅ ਮੰਗੇ ਹਨ।
ਪਰ ਕਿਸਾਨ ਸਿਰਫ ਕਾਨੂੰਨ ਰੱਦ ਕਰਨ ਦੀ ਜਿੱਦ ਤੇ ਅੜੇ ਹੋਏ ਨੇ। ਉਤੇ ਕਿਸਾਨਾਂ ਨਾਲ ਬੈਠਕ ਤੋਂ ਬਾਅਦ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਅੱਜ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਨਿਰਣਾਇਕ ਨਹੀਂ ਸੀ। ਅਸੀਂ 19 ਜਨਵਰੀ ਨੂੰ ਫਿਰ ਗੱਲਬਾਤ ਕਰਾਂਗੇ। ਅਸੀਂ ਗੱਲਬਾਤ ਰਾਹੀਂ ਹੱਲ ਕੱਢਣ ਲਈ ਸਕਾਰਾਤਮਕ ਹਾਂ। ਉਹਨਾਂ ਨੇ ਕਿਹਾ ਕਿ ਸਰਕਾਰ ਠੰਡ ਦੇ ਹਾਲਾਤਾਂ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਪ੍ਰਤੀ ਚਿੰਤਤ ਹੈ। ਜਾਣਕਾਰੀ ਲਈ ਦੱਸਦੇ ਕਿ ਕਿਸਾਨਾਂ ਵੱਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਟਰੈਕਟਰ ਰੈਲੀ ਕੱਢੀ ਜਾਵੇਗੀ ਤੇ ਕੇਂਦਰ ਸਰਕਾਰ ਦੇ ਖਿਲਾਫ ਇਹ ਇੱਕ ਰੋਸ ਰੈਲੀ ਹੋਵੇਗੀ। ਸੋ ਦੋਸਤੋ, ਜਿਹੜੀ ਅਗਲੀ ਗੱਲਬਾਤ ਹੈ ਉਹ ਵੀ ਕਿਸਾਨ ਅੰਦੋਲਨ ਦੇ ਨਾਲ ਹੀ ਸੰਬੰਧਿਤ ਹੈ। ਸੋ ਕਿਸਾਨ ਅੰਦੋਲਨ ਨੇ ਜਿੱਥੇ ਕਿ ਭਾਰਤ ਦੀ ਰਾਜਨੀਤਿਕ ਸਫਾ ਦੇ ਵਿੱਚ ਬਹੁਤ ਵੱਡਾ ਅਸਰ ਪਾਇਆ ਇਸ ਵੇਲੇ, ਔਰ ਅੰਤਰਰਾਸ਼ਟਰੀ ਪੱਧਰ ਤੇ ਵੀ ਇੱਕ ਬਹੁਤ ਵੱਡਾ ਅੰਦੋਲਨ ਹੋ ਕੇ ਉੱਭਰ ਕੇ ਸਾਹਮਣੇ ਆਇਆ ਹੈ। ਅੰਤਰਰਾਸ਼ਟਰੀ ਪੱਧਰ ਤੇ ਵੀ ਵੱਖੋ ਵੱਖਰੀਆਂ ਜਿਹੜੀਆਂ ਆਰਗੇਨਾਈਜੇਸ਼ਨ ਨੇ ਉਹਨਾਂ ਨੇ ਵੀ ਇਸ ਅੰਦੋਲਨ ਨੂੰ ਨੋਟਿਸ ਕੀਤਾ ਹੈ। ਸੋ ਇਸ ਤਰ੍ਹਾਂ ਦੀ ਹੀ ਇੱਕ ਆਰਗੇਨਾਈਜੇਸ਼ਨ ਹੈ ਅੰਤਰਰਾਸ਼ਟਰੀ IMF, ਇੰਟਰਨੈਸ਼ਨਲ ਮੋਨੇਟਰੀ ਫੰਡ, ਅੰਤਰਰਾਸ਼ਟਰੀ ਮੁਦਰਾ ਸਮਿਤੀ। ਉਸਨੇ ਕਿਹਾ ਹੈ ਕਿ ਜਿਹੜੇ ਕਿਸਾਨ ਬਿੱਲ ਨੇ ਇਹ ਕਿਸਾਨਾਂ ਦੇ ਲਈ ਲਾਹੇਵੰਦ ਨੇ। ਸੋ ਇਸ ਬਾਰੇ ਆਪਾਂ ਗੱਲ ਕਰਦੇ ਹਾਂ, ਪਰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਕਿ IMF ਨੇ ਕੀ ਕਿਹਾ ਹੈ ਔਰ ਕਿਸਾਨ ਲੀਡਰਾਂ ਨੇ ਉਸ ਦਾ ਕੀ ਪ੍ਰਤੀਕਰਮ ਦਿੱਤਾ ਹੈ। ਹਰਪ੍ਰੀਤ ਰੱਖੜਾ, ਦ ਮੋਸਟ ਟਰਸਟੇਬਲ ਰੀਅਲਟਰ, ਜਾਰਵਿਸ ਐਂਡ ਕਾਰਲਟਨ ਤੇ ਨਵੇਂ ਲਾਈਫਸਟਾਈਲ ਨਾਲ ਹੈਰੀਟੇਜ ਤੇ ਇਨੋਵੇਸ਼ਨ ਦਾ ਵਧੀਆ ਕੰਬੀਨੇਸ਼ਨ ਅਤੇ ਡਾਊਨਟਾਊਨ ਟੋਰਾਂਟੋ ਦੀ ਸ਼ਾਨਦਾਰ ਲੋਕੇਸ਼ਨ, ਮੇਨ ਅਮਿਨਿਟੀਜ਼ ਤੋਂ ਵਾਕਿੰਗ ਡਿਸਟੈਂਸ ਤੇ ਸਾਰੀਆਂ ਮੇਨ ਫੈਸਿਲਿਟੀਜ਼ ਦੇ ਨਾਲ ਡਾਊਨਟਾਊਨ ਟੋਰਾਂਟੋ ਦੇ ਵਿੱਚ ਰਹਿਣ ਦਾ ਇੱਕ ਨਵਾਂ ਤੇ ਸਭ ਤੋਂ ਯੂਨੀਕ ਸਟਾਈਲ। ਹੋਰ ਇਨਫੋਰਮੇਸ਼ਨ ਵਾਸਤੇ ਕੰਟੈਕਟ ਕਰੋ ਹਰਪ੍ਰੀਤ ਰੱਖੜਾ ਨਾਲ 6477205454। New Smile Denture Clinic, ਇੱਥੇ ਕੰਪਲੀਟ ਡੈਂਚਰ, ਪਾਰਸ਼ੀਅਲ ਡੈਂਚਰ, ਫਲੈਕਸੀਬਲ ਡੈਂਚਰ, ਇਮੀਡੀਏਟ ਡੈਂਚਰ ਤੇ ਇੰਪਲਾਂਟਡ ਡੈਂਚਰ ਕੀਤੇ ਜਾਂਦੇ ਹਨ। ਡੈਂਚਰ ਰਿਲੇਟਡ ਸਾਰਾ ਕੰਮ ਸਾਡੀ ਲੈਬ ਦੇ ਵਿੱਚ ਹੀ ਹੁੰਦਾ ਹੈ, ਇਸ ਲਈ ਕੁਆਲਿਟੀ ਵਧੀਆ ਤੇ ਕੀਮਤਾਂ ਮੁਨਾਸਿਬ ਹੁੰਦੀਆਂ ਹਨ। ਸਾਡੇ ਨਾਲ ਡੈਂਟਿਸਟ ਦੀ ਪੂਰੀ ਟੀਮ ਜੁੜੀ ਹੋਈ ਹੈ। ਦੰਦ ਕਢਵਾਉਣ ਲਈ ਜਾਂ ਲਗਵਾਉਣ ਲਈ ਜਾਂ ਫਿਰ ਇੰਪਲਾਂਟਡ ਡੈਂਚਰ ਕਰਵਾਉਣ ਲਈ ਹਮੇਸ਼ਾ ਯਾਦ ਰੱਖੋ ਨਿਊ ਸਮਾਈਲ ਡੈਂਚਰ ਕਲੀਨਿਕ। ਡੈਂਚਰ ਰਿਲੇਟਡ ਸਾਰੀਆਂ ਜ਼ਰੂਰਤਾਂ ਲਈ ਕਾਲ ਕਰੋ 416 746 4500। ट्रैफिक टिकटां, स्पीडिंग दी टिकट, स्टंट ड्राइविंग, केयरलैस ड्राइविंग, सस्पेंडेड लाइसेंस ते गड्डी चलाउणा जां फिर रेड लाइट कैमरे दी टिकट होवे। पॉइंट सेवर दे कानूनी एक्सपर्ट अफोर्डेबल ऑप्शनां नाल तुहाडे जुर्माने घट जां फिर माफ करवा सकदे हन। ਇਹ ਹਾਰੇ ਹੋਏ ਕੇਸਾਂ ਦੀ ਅਪੀਲ ਵੀ ਕਰਦੇ ਹਨ। ਟ੍ਰੈਫਿਕ ਟਿਕਟਾਂ ਨਾਲ ਆਪ ਨਜਿੱਠਣ ਦੀ ਬਜਾਏ ਪੁਆਇੰਟ ਸੇਵਰ ਦੇ ਐਕਸਪਰਟਸ ਨੂੰ ਕਾਲ ਕਰੋ 844 764 6877 8447646877। ਮੈਂ ਪ੍ਰਭਜੋਤ ਮਾਹਲ ਰੀਮੈਕਸ ਰੀਅਲ ਸਟੇਟ ਸੈਂਟਰ ਨਾਲ ਕੰਮ ਕਰਦਾ। ਕੀ ਤੁਸੀਂ ਘਰ ਵੇਚਣ ਜਾਂ ਖਰੀਦਣ ਬਾਰੇ ਸੋਚ ਰਹੇ ਹੋ? ਕੀ ਤੁਹਾਡਾ ਇਨਵੈਸਟਮੈਂਟ ਕਰਨ ਦਾ ਮਨ ਹੈ? ਗ੍ਰੇਟਰ ਟੋਰਾਂਟੋ ਏਰੀਆ ਹੋਵੇ ਜਾਂ ਸਾਊਥ ਵੈਸਟਰਨ ਓਨਟਾਰੀਓ, ਕਿਤੇ ਵੀ ਤੁਸੀਂ ਘਰ ਵੇਚ ਰਹੇ ਹੋ, ਖਰੀਦਣਾ ਚਾਹੁੰਦੇ ਹੋ ਜਾਂ ਇਨਵੈਸਟਮੈਂਟ ਬਾਰੇ ਸੋਚ ਰਹੇ ਹੋ, ਮੈਨੂੰ ਕੰਟੈਕਟ ਕਰੋ। ਮੇਰਾ ਨੰਬਰ ਹੈ 647 462 6000 647 462 6000।